ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਔਰ ਜੋ ਸਮੇਂ ਸਮੇਂ 'ਤੇ ਭਗਤ ਸੰਤ ਸਾਧੂ ਪ੍ਰਗਟ ਹੋਏ, ਉਹਨਾਂ ਦੇ ਲਿਖਤ ਰੂਪ ਜਿਹੜੇ ਬਚਨ ਨੇ, ਗੁਰਬਾਣੀ ਰੂਪ ਬਚਨ ਨੇ, ਜਦੋਂ ਆਪਾਂ ਸਹਿਜ ਵਿੱਚ ਵਿਚਾਰੀਏ ਤੇ ਮਨ ਦੇ ਸਾਰੇ ਸ਼ੰਕੇ ਹੀ ਖਤਮ ਹੋ ਜਾਂਦੇ ਆ, ਭਰਮ ਖਤਮ ਹੋ ਜਾਂਦਾ, ਦੂਰ ਹੋ ਜਾਂਦਾ ਸਾਰਾ ਮਾਇਆ ਦਾ ਜਾਲ। ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਭੇਤ ਦਿੱਤਾ ਹੈ ਨਾ, ਉਹ ਮਹਾਰਾਜ ਨੇ ਭੇਤ ਦਿੱਤਾ ਹੈ ਸੂਖਮ ਭਗਤੀ ਦਾ, ਜੋ ਵਿਰਲੇ ਜੀਵਾਂ ਦੇ ਹੱਥ ਆਈ। ਜੋ ਸੰਸਾਰ ਦੇ ਵਿੱਚ ਧਰਮ ਨੂੰ, ਕਰਾਮਾਤਾਂ ਨੂੰ, ਚਮਤਕਾਰ ਨੂੰ ਲੈ ਕੇ ਜਾਂ ਨਾਮ ਸਿਮਰਨ ਨੂੰ ਲੈ ਕੇ, ਗੁਰਦੁਆਰੇ ਮੰਦਰ ਮਸਜਿਦਾਂ ਨੂੰ ਲੈ ਕੇ ਆਪਸ ਦੇ ਵਿੱਚ ਟਕਰਾਵ ਹੈ, ਆਪਸ ਦੇ ਵਿੱਚ ਜਿਹੜਾ ਭਰਮ ਹੈ, ਇੱਕ ਦੂਜੇ ਦੇ ਨਾਲ ਗੁੱਟਬੰਦੀਆਂ ਬਣੀਆਂ ਹੋਈਆਂ ਨੇ, ਉਹ ਇਸੇ ਕਰਕੇ ਬਣੀਆਂ ਨੇ। ਆਪਾਂ ਅੰਦਰਲੀ ਜਿਹੜੀ ਇੱਕ ਭਗਤੀ ਸਭ ਦੇ ਵਿੱਚ ਚੱਲਦੀ ਪਈ ਹੈ, ਜੋ ਪ੍ਰਕਾਸ਼ ਦੀ ਭਗਤੀ ਚੱਲਦੀ ਪਈ ਹੈ, ਜੋ ਨਾਦ ਦੀ ਭਗਤੀ ਚੱਲਦੀ ਹੈ, ਜਿਹਨੂੰ 10ਵੇਂ ਘਰ ਦੀ ਭਗਤੀ ਕਿਹਾ, ਉਹਦਾ ਭੇਤ ਵਿਰਲੇ ਗੁਰਮੁਖ ਲੈਂਦੇ ਨੇ, ਅਤੇ ਜੋ ਲੈਂਦੇ ਨੇ ਉਹ ਸੰਸਾਰ ਤੋਂ ਪਾਸੇ ਹਟ ਕੇ ਪਿਆਰ ਦੀ ਅਵਸਥਾ ਵਿੱਚ ਆ ਜਾਂਦੇ ਨੇ। ਅਤੇ ਇਹ ਭੇਤ ਜਿਹੜਾ ਹੈ, ਇਹ ਬੜੇ ਵੱਡੇ ਕਿਤੇ ਪੂਰਬਲੇ ਭਾਗ ਹੋਣ ਤੇ ਪੂਰਨ ਸਾਧੂਆਂ ਦੇ ਨਾਲ ਮਿਲ ਕੇ ਕਮਾਈ ਕਰਕੇ ਫਿਰ ਇਹ ਭੇਤ ਮਿਲਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਪਏ ਨੇ, ਗੁਣ ਕਾਮਣ ਕਰ ਕੰਤ ਰਿਝਾਇਆ। ਕਹਿੰਦੇ ਗੁਣਾਂ ਦੇ ਵਿੱਚ ਜਾ ਕੇ ਕੰਤ ਫਿਰ ਮਨ ਦੇ ਉੱਪਰ ਖੁਸ਼ ਹੋ ਗਿਆ। ਵਸ ਕਰ ਲੀਨਾ ਗੁਰ ਭਰਮ ਚੁਕਾਇਆ। ਅਤੇ ਕਹਿੰਦੇ ਭਗਤਾਂ ਨੇ ਆਪਦੇ ਗੁਣਾਂ ਕਰਕੇ, ਪਿਆਰ ਕਰਕੇ ਤਿੰਨੇ ਲੋਕਾਂ ਦੇ ਮਾਲਕ ਭਾਵ ਅਕਾਲ ਪੁਰਖ ਨੂੰ ਵਸ ਕਰ ਲਿਆ। ਫਿਰ ਕਹਿੰਦੇ ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਯੋ ਪ੍ਰੀਤਮ ਮੇਰਾ। ਫਿਰ ਬਾਹਰਲੀਆਂ ਜਿਹੜੀਆਂ ਕਾਮਣਾ, ਸਖੀ ਸਹੇਲੀ, ਜਿਹਨੂੰ ਕਹਿੰਦੇ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕੱਟੇ ਕੋਈ, ਜਿਹੜੇ ਬਾਹਰੋਂ ਮਿੱਤਰ ਕਰਦੇ ਸੀ ਨਾ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਜਿਹੜੇ ਬਾਹਰੋਂ ਦੁਨਿਆਵੀ ਤੌਰ 'ਤੇ ਕੋਈ ਸਿੱਖ, ਕੋ ਸਾਖਾ, ਕੋ ਬਾਬਾ ਜੀ, ਕੋ ਗਿਆਨੀ, ਕੋ ਧਿਆਨੀ, ਉਹ ਕੇਸੋ ਨੂੰ ਮਿੱਤਰ ਨਾ ਜਦੋਂ ਬਣਾਈਏ, ਉਦੋਂ ਇਹਨਾਂ ਦੇ ਚੱਕਰਾਂ ਦੇ ਵਿੱਚ ਫਿਰ ਬੰਦਾ ਫਸਦਾ। ਜਦੋਂ ਅੰਦਰ ਵਸਦਾ, ਜਿੱਥੇ ਮਹਾਰਾਜ ਕਹਿੰਦੇ ਨੇ ਸਭ ਤੇ ਉੱਚਾ ਮੰਦਰ ਮੇਰਾ, ਵੀ ਜਿਹੜਾ ਮੇਰਾ ਮੰਦਰ ਹੈ ਉਹ ਸਭ ਤੋਂ ਉੱਚਾ ਹੈ। ਇਹ ਅੰਦਰ ਜਿਹੜੀ ਸਾਡੇ ਸੂਖਮ ਪ੍ਰਕਾਸ਼ ਦੇ ਵਿੱਚ ਅਵਸਥਾ ਦੀ ਗੱਲ ਕਰਦੇ ਪਏ ਨੇ, ਜਦੋਂ ਜਾ ਕੇ ਉਸ ਅਵਸਥਾ ਦੇ ਵਿੱਚ ਭਗਤ ਸੁਰਤ ਰੂਪ, ਧਿਆਨ ਰੂਪ ਹੋ ਕੇ ਵਿਚਰੇ, ਤੇ ਉਦੋਂ ਫਿਰ ਦੁਨੀਆ ਦੇ ਨਾਲ ਪ੍ਰੀਤ ਵੀ ਟੁੱਟ ਗਈ, ਅਤੇ ਸਭ ਦੇ ਲਈ ਨਜ਼ਰਾਂ ਦੇ ਵਿੱਚ, ਮਨ ਦੇ ਵਿੱਚ ਪਿਆਰ ਆ ਗਿਆ, ਭਾਵ ਆ ਗਿਆ। ਹਾਂ, ਜਦੋਂ ਕਿਸੇ ਨੇ ਆ ਕੇ ਸਰੀਰਕ ਤੌਰ 'ਤੇ ਹਮਲਾ ਕੀਤਾ ਜਾਂ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਤੋਂ ਸੈਲਫ ਡਿਫੈਂਸ ਵੀ ਕੀਤਾ ਹੈ ਗੁਰੂ ਸਾਹਿਬ ਉਹਨਾਂ ਨੇ, ਪਰ ਨਿੰਦਾ ਨਹੀਂ ਕੀਤੀ ਕਿਸੇ ਦੀ। ਮਨਮੁਖ ਦੇ ਜਿਹੜੇ ਮਨਮੁਖ ਦੇ ਵਿੱਚ ਔਗਣ ਨੇ, ਜਿਨ੍ਹਾਂ ਕਰਕੇ ਉਹ ਮਾਲਕ ਤੋਂ ਦੂਰ ਨੇ, ਅਤੇ ਗੁਰਮੁਖ ਦੇ ਵਿੱਚ ਜਿਹੜੇ ਗੁਣ ਨੇ, ਜਿਨ੍ਹਾਂ ਕਰਕੇ ਉਹ ਮਾਲਕ ਦੇ ਨੇੜੇ ਨੇ, ਇਹਨਾਂ ਦਾ ਬਿਰਤਾਂਤ ਹੋਇਆ ਗੁਰਬਾਣੀ ਵਿੱਚ, ਪਰ ਨਿੰਦਿਆ ਨਹੀਂ ਕਿਸੇ ਨੂੰ। ਮਨਮੁਖ ਨੂੰ ਬੁਰਾ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਹਦੇ ਕੋਲ ਉਹ ਔਗਣ ਨੇ, ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਨਰੋਲ ਮਾਲਕ ਪ੍ਰਕਾਸ਼ ਤੋਂ, ਨਾਮ ਤੋਂ, ਨਿਧਾਨ ਤੋਂ ਦੂਰ ਲੈ ਜਾਂਦੀਆਂ ਨੇ, ਇਸ ਕਰਕੇ ਉਹਨੂੰ ਬੁਰਾ ਕਿਹਾ। ਜਾਂ ਕੋਈ ਇਹ ਨਹੀਂ ਵੀ ਮਨਮੁਖ ਨੂੰ ਕੋਈ ਉਹਨਾਂ ਨੇ ਆਪਦੇ ਲਹਿਜ਼ੇ ਵਿੱਚ ਜਾਂ ਕੋਈ ਉਹਨੂੰ ਖਾਸ ਤੌਰ 'ਤੇ ਕੋਈ ਨਿੰਦਿਆ, ਨਹੀਂ, ਉਹਦੇ ਜਿਹੜੇ ਔਗਣਾ ਕਰਕੇ ਉਹਨੂੰ ਨਿੰਦਿਆ।
ਤੇ ਗੁਰਮੁਖ ਨੂੰ ਚੰਗਾ ਤਾਂ ਕਿਹਾ, ਉਹ ਵੀ ਸਰੀਰ ਰੂਪ ਹੈ, ਮਨ ਰੂਪ ਹੈ, ਕਿਉਂਕਿ ਉਹਨੇ ਸਾਧ ਸੰਗਤ ਸਤ ਸੰਗਤ ਦੇ ਵਿੱਚ ਜਾ ਕੇ ਆਪਾ ਸਮਰਪਣ ਕਰਕੇ ਬਾਣੀ ਦੀ ਮੰਨ ਕੇ, ਸਾਧੂਆਂ ਦੀ ਬਾਣੀ ਦੀ ਮੰਨ ਕੇ ਉਹਨਾਂ ਨੇ ਸੱਚ ਨੂੰ ਖੁਸ਼ ਕਰ ਲਿਆ। ਤੇ ਇਹ ਸੂਖਮ ਭਗਤੀ ਦਾ ਜਿਹੜੀ ਸਾਡੇ ਅੰਤਰਗਤ ਸ਼ੁਰੂ ਹੁੰਦੀ ਹੈ, ਉਹਦਾ ਭੇਤ ਨਾ ਹੋਣ ਕਰਕੇ, ਹੁਣ ਜੇਕਰ ਇੱਕ ਅਭਿਆਸੀ ਜੀਵ ਜਦੋਂ ਅਭਿਆਸ ਕਰਦਾ ਹੈ, ਪੂਰਨ ਗੁਰਮਤਿ ਦੇ ਮੁਤਾਬਕ ਚੱਲਦਾ ਹੈ, ਨਾਮ ਦੇ ਨਿਧਾਨ ਨੂੰ ਉਹ ਮਿਲਦਾ ਹੈ। ਜਿਵੇਂ ਭਗਤ ਰਾਮਾਨੰਦ ਜੀ ਹੋਏ ਸੀਗੇ, ਉਹਨਾਂ ਦੇ ਬਹੁਤ ਸਾਰੇ ਸਿੱਖ ਸੀ, ਪਰ ਉਹਨਾਂ ਦੇ ਵਿਰਲੇ ਸਿੱਖਾਂ ਦਾ ਨਾਮ ਹੋਇਆ, ਜਿਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ। ਸਿੱਖ ਤਾਂ ਬਹੁਤ ਸੀ, ਪ੍ਰਚਾਰ ਉਹਨਾਂ ਨੇ ਬੜਾ ਕੀਤਾ ਸੀ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆ ਕੇ ਪ੍ਰਚਾਰ ਕੀਤਾ, ਉਹਦੇ ਤੋਂ ਪਹਿਲੋਂ ਨਾਮ ਦਾ ਪ੍ਰਚਾਰ ਭਗਤਾਂ ਨੇ ਕਾਫੀ ਰੂਪ ਵਿੱਚ ਕਰ ਦਿੱਤਾ ਸੀਗਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆ ਕੇ ਪ੍ਰਚਾਰ ਕੀਤਾ, ਤੇ ਜਿਹੜਾ ਪਹਿਲੋਂ ਪ੍ਰਚਾਰ ਨਾਮ ਦਾ ਹੋਇਆ ਸੀ, ਉਹਨੇ ਹੋਰ ਹੈਲਪ ਦਿੱਤੀ ਮਹਾਰਾਜ ਨੂੰ, ਕਿ ਜੀਵਾਂ ਦੇ ਮਨ ਪਹਿਲੋਂ ਜਿਹੜੇ ਸੀ ਜੀਵ, ਉਹ ਨਾਮ ਦੀ ਨਿਧਾਨ ਦੀ, ਸੂਖਮ ਭੇਤ ਦੀ ਗੱਲ ਸੁਣ ਚੁੱਕੇ ਸੀ, ਪਰ ਉਹਨੂੰ ਵੱਡੇ ਲੈਵਲ 'ਤੇ ਆ ਕੇ ਹੋਰ ਸੁਖੈਣ ਰਸਤੇ ਵਿੱਚ ਕਰਕੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ। ਤਾਂ ਫਿਰ ਚਾਰੇ ਵਰਨਾਂ ਨੂੰ ਮਿਲਾ ਕੇ ਇੱਕ ਵਰਨ ਬਣਿਆ, ਇੱਕ ਧਰਮ ਬਣਿਆ, ਜੋ ਅਕਾਲੀ ਧਰਮ ਬਣਿਆ, ਜਿਹਨੂੰ ਸਿੱਖ ਕਹਿ ਦਿੱਤਾ। ਗੁਰਬਾਣੀ ਗੁਰੂ ਦੇ ਵਿੱਚ ਕੋਈ ਇੱਕ ਜਾਤ ਜਾਂ ਇੱਕ ਮਜ਼ਹਬ ਨਹੀਂ ਬਣਾਇਆ ਜਾ ਰਿਹਾ, ਇਹਦੇ ਵਿੱਚ ਚਾਰੇ ਵਰਨਾਂ ਨੂੰ ਉਪਦੇਸ਼ ਕੀਤਾ ਜਾ ਰਿਹਾ, ਤੇ ਜੋ ਇਸ ਉਪਦੇਸ਼ ਨੂੰ ਮੰਨ ਕੇ ਕਮਾਉਂਦਾ ਪਿਆ ਉਹਨੂੰ ਸਿੱਖ ਕਹਿੰਦੇ ਪਏ ਨੇ। ਇਹ ਵਿਚਾਰਨ ਦੀ ਗੱਲ ਹੈ ਕਿ ਸਿੱਖ ਕਿਹਨੂੰ ਕਿਹਾ ਗਿਆ। ਭੇਖਧਾਰੀ ਤਾਂ ਗੁਰਬਾਣੀ ਵਿੱਚ ਵਾਰ-ਵਾਰ ਕਹਿੰਦੇ ਪਏ ਨੇ, ਭੇਖਾਂ ਦੇ ਨਾਲ ਕੋਈ ਬ੍ਰਾਹਮਣ ਨਹੀਂ ਬਣ ਸਕਦਾ, ਕੋਈ ਮੁਸਲਮਾਨ ਨਹੀਂ ਬਣ ਸਕਦਾ, ਤੇ ਭੇਖ ਦੇ ਨਾਲ ਕੋਈ ਸਿੱਖ ਕਿਵੇਂ ਬਣ ਜਾਏਗਾ। ਤੁਸੀਂ ਗੁਰਬਾਣੀ ਗੁਰੂ ਜੇ ਵਿਚਾਰੀ ਹੋਵੇ, ਪੜ੍ਹੀ ਹੋਵੇ, ਤੇ ਭੇਖ ਦਾ ਤਾਂ ਬਹੁਤ ਖੰਡਨ ਕੀਤਾ। ਜਿਹੜੇ ਪੰਡਤ ਭੇਖ ਕਰਕੇ ਪੰਡਤ ਬਣੇ ਬੈਠੇ ਸੀ, ਕੋਈ ਭੇਖ ਕਰਕੇ ਛਤਰੀ, ਕੋਈ ਜੋਗੀ ਬਣਿਆ ਬੈਠਾ ਸੀ, ਕੋਈ ਮੁੱਲਾ ਬਣਿਆ ਬੈਠਾ ਸੀ, ਉਹਨਾਂ ਨੂੰ ਤਾਂ ਖੰਡਨ ਕੀਤਾ ਵੀ ਇਹ ਭੇਖ ਕਰਕੇ ਥੋੜ੍ਹੀ ਨਾ ਤੂੰ ਬਣ ਸਕਦਾ। ਫਿਰ ਭੇਖ ਨਾਲ ਥੋੜ੍ਹਾ ਨਾ ਜੋੜਿਆ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਚਲੋ ਅੱਜ ਦਾ ਇਤਿਹਾਸ ਕਹਿੰਦਾ 50,000 ਮੀਲ ਤੱਕ ਦਾ ਪ੍ਰਚਾਰ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਉਹ ਅਨਪੜ੍ਹ ਨਹੀਂ ਸੀ, ਜਿਵੇਂ ਬਹੁਤੇ ਸਾਖੀਆਂ ਸੁਣਾਉਂਦੇ ਨੇ ਜੀ, ਉਹ ਅਨਪੜ੍ਹ ਸੀ, ਪੜ੍ਹਦੇ ਨਹੀਂ ਸੀ, ਮੱਝਾਂ ਚਾਰਨ ਲਾਤੇ। ਇੱਕ ਮੱਝਾਂ ਚਾਰਨ ਵਾਲਾ ਬੰਦਾ ਜੇ ਉਹ ਪੜ੍ਹਿਆ ਨਹੀਂ ਤੇ ਉਹ ਚੀਨੀਆਂ ਨੂੰ ਕਿਵੇਂ ਸਮਝਾਏਗਾ, ਰਸ਼ੀਅਨ ਨੂੰ ਕਿਵੇਂ ਸਮਝਾਏਗਾ। 20 ਮੀਲ ਤੋਂ ਬਾਅਦ ਤਾਂ ਬੋਲੀ ਬਦਲ ਜਾਂਦੀ। 14 ਮੀਲ 'ਤੇ ਕਹਿੰਦੇ ਸੀ, ਚਲੋ 20 ਮੀਲ ਆਪਾਂ ਵੀ ਇੱਥੋਂ ਨਿਕਲ ਜਾਈਏ, ਬੋਲੀ ਬਦਲ ਜਾਂਦੀ। ਅਗਰ ਕੋਈ ਐਜੂਕੇਸ਼ਨ ਲਈ ਹੈ, ਬ੍ਰਹਮ ਦਾ ਗਿਆਨ ਹੈ ਉਹਨਾਂ ਕੋਲ, ਉਹਨੂੰ ਸਪਰੀਡ ਕਰਨਾ ਅੱਗੇ ਦੁਨੀਆ ਦੇ ਵਿੱਚ ਐਜੂਕੇਸ਼ਨ ਦੇ ਸਿਰ 'ਤੇ ਹੋਵੇਗਾ। ਉਹਨਾਂ ਨੇ ਪ੍ਰਚਾਰ ਕਰਨ ਦਾ ਢੰਗ ਵੀ, ਉਹਨਾਂ ਨੇ ਇੱਕ ਵੀ ਡੇਰਾ ਨਹੀਂ ਬਣਾਇਆ। ਜੋ ਬਣੇ ਸੀ ਉੱਥੇ ਉਹਨਾਂ ਨੂੰ ਤਰੀਕਾ ਦੱਸਿਆ ਵੀ ਇਸ ਤਰੀਕੇ ਤੁਸੀਂ ਜੇਕਰ ਸੱਚਾ ਬ੍ਰਾਹਮਣ ਬਣਨਾ ਹੈ ਤਾਂ ਤੂੰ ਇਸ ਤਰ੍ਹਾਂ ਬਣ ਸਕਦਾ ਹੈ, ਜੇ ਮੁਸਲਮਾਨ ਬਣਨਾ ਹੈ ਤਾਂ ਮੋਮਦਿਲ ਬਣਨਾ ਪੈਣਾ, ਪੰਡਤ ਹੈ ਤਾਂ ਮਨ ਨੂੰ ਪ੍ਰਬੁੱਧਣਾ ਪਏਗਾ, ਅਤੇ ਮਨ ਦੀ ਪੱਤਰੀ ਵਿਚਾਰ ਵੀ ਮਨ ਕਿੱਥੋਂ ਬਣਿਆ, ਫਿਰ ਤੂੰ ਪੰਡਤ ਆ। ਅਤੇ ਜੇ ਜੋਗੀ ਬਣਨਾ ਤਾਂ ਇੱਕ ਦ੍ਰਿਸ਼ਟ ਹੋਣਾ ਪਏਗਾ, ਜਦੋਂ ਚੰਦ ਸੂਰਜ ਦੀ ਤੇਰੀ ਗੰਢ ਪੈ ਕੇ ਸਮਸਰ ਰਹਿਣ ਲੱਗ ਗਿਆ, ਫਿਰ ਤੂੰ ਜੋਗੀ ਹੈ। ਜੋਗੀ ਨੂੰ ਜੁਗਤ ਦੱਸੀ, ਬ੍ਰਾਹਮਣ ਨੂੰ ਬ੍ਰਹਮ ਦਾ ਭੇਦ ਦਿੱਤਾ, ਮੁਸਲਮਾਨ ਨੂੰ ਮਨ ਮੁਸਲ ਕਰਨ ਦਾ ਭਾਵ ਕਿ ਮਨ ਨੂੰ ਖਾਲਸ ਕਰਨ ਦਾ ਭੇਤ ਦਿੱਤਾ। ਇਸ ਤਰ੍ਹਾਂ ਪ੍ਰਚਾਰ ਹੈ। ਅਤੇ ਜੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਕਹੀਏ ਤਾਂ ਸਿੱਖਾਂ ਦੇ ਗੁਰੂ ਨੇ, ਵਾਕਈ ਸਿੱਖਾਂ ਦੇ ਗੁਰੂ ਨੇ, ਪਰ ਕਿਹੜੇ ਸਿੱਖ? ਜਿਹੜੇ ਕੁਛ ਸਿੱਖਣਾ ਚਾਹੁੰਦੇ ਨੇ ਉਹਨਾਂ ਦੇ ਗੁਰੂ ਨੇ। ਉਹ ਕੋਈ ਵੀ ਹੋ ਸਕਦਾ, ਇੱਕ ਕਾਲਾ ਵੀ ਹੋ ਸਕਦਾ, ਗੋਰਾ ਵੀ ਹੋ ਸਕਦਾ, ਉਹ ਇੱਕ ਸ਼੍ਰੀਲੰਕਾ ਦੇ ਵਿੱਚੋਂ ਵੀ ਹੋ ਸਕਦਾ, ਨੇਪਾਲ 'ਚ ਵੀ ਹੋ ਸਕਦਾ, ਵੀ ਜਿਹੜਾ ਸਿੱਖਣਾ ਚਾਹੁੰਦਾ ਹੈ। ਪਰ ਜੇ ਕੋਈ ਕਵੇ ਭੇਖਧਾਰੀ ਸਿੱਖ ਬਣ ਕੇ ਇਹਨਾਂ ਦੇ ਗੁਰੂ ਨੇ, ਨਹੀਂ। ਤੁਸੀਂ ਬਾਣੀ ਦੇ ਵਿਚਾਰ ਪੜ੍ਹ ਲਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਭੇਤ ਦਿੱਤਾ ਹੈ, ਉਹ ਦਿੱਤਾ ਹੈ ਵੀ ਆਖਰ ਕਿਸੇ ਆਧਾਰ 'ਤੇ ਤਾਂ ਸਭ ਨੂੰ ਇਕੱਠਾ ਕੀਤਾ ਨਾ, ਉਹ ਕੀਤਾ ਜੋਤ ਸਰੂਪ ਮਾਲਕ ਦਾ ਭੇਤ ਦੇ ਕੇ, ਜਿਹੜਾ ਨਾਦ ਸਰੂਪ ਨਾਮ ਚੱਲਦਾ, ਅਤੇ ਜਿਹੜਾ ਅੰਮ੍ਰਿਤ ਨਾਮ ਜਪਣ 'ਤੇ ਸੱਚ ਦੀ ਭਗਤੀ ਕਰਨ 'ਤੇ ਅੰਦਰੋਂ ਪ੍ਰਗਟ ਹੁੰਦਾ ਹੈ। ਅਤੇ ਕਈ ਜੀਵ ਕਹਿੰਦੇ ਕੀ ਅੰਮ੍ਰਿਤ ਦੀ ਤੁਸੀਂ ਗੱਲ ਕਰਦੇ ਹੋ, ਅੰਮ੍ਰਿਤ ਕੀ ਹੁੰਦਾ ਹੈ? ਗੁਰਮੁਖੋ, ਇਹ ਅੰਮ੍ਰਿਤ ਸਾਡੇ ਮਨ ਦੀ ਖੁਰਾਕ ਹੈ। ਜਦੋਂ ਇਹ ਆਉਣਾ ਸ਼ੁਰੂ ਹੋ ਜਾਂਦਾ ਹੈ, ਇਹ ਘੁੱਟਾਂ ਦੇ ਨਾਲ, ਜਿਵੇਂ ਆਮ ਤੌਰ 'ਤੇ
ਪਾਣੀ ਜਾਂ ਥੁੱਕ ਜਿਹੜੀ ਘੁੱਟਾਂ ਦੇ ਨਾਲ ਸਾਡੇ ਅੰਦਰ ਜਾਂਦੀ ਨਾ, ਐਵੇਂ ਘੁੱਟਾਂ ਦੇ ਨਾਲ ਇਹ ਅੰਮ੍ਰਿਤ ਸਾਡੇ ਮੂੰਹ 'ਚ ਜਾਂਦਾ। ਮਿੱਠਾ ਮਿਠਾਸ ਜਦੋਂ ਨਾਮ ਪ੍ਰਗਟ ਹੋ ਜਾਂਦਾ, ਜੀਵ ਗੁਰਮੰਤਰ ਕਰਦੇ ਨੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮੁੱਖ 'ਚ ਪਤਾਸਾ ਰੱਖਿਆ ਹੋਵੇ ਤੇ ਘੁੱਟ ਜਾਂਦੇ ਆ ਸਾਡੇ ਅੰਦਰ, ਤੇ ਸਰੀਰ ਠੰਡਾ ਠਾਰ ਹੋ ਜਾਂਦਾ ਹੈ। ਤੇ ਸਰੀਰ ਦੇ ਉੱਪਰ ਇਸ ਤਰ੍ਹਾਂ ਲੱਗਦਾ ਜਿਵੇਂ ਕਣੀਆਂ ਪੈਂਦੀਆਂ ਹੋਣ, ਬਰਸਾਤ ਪੈਂਦੀ, ਬਰਖਾ ਹੁੰਦੀ ਆ। ਇਹ ਤਾਂ ਤਨ ਵਿੱਚ ਹੈ। ਫਿਰ ਜਦੋਂ ਹੋਰ ਮਨ ਵਿਵੇਕ ਹੁੰਦਾ ਤੇ ਫਿਰ ਸੂਖਮ ਮਨ ਜਿਹੜਾ ਉਹ ਪ੍ਰਕਾਸ਼ ਵਿੱਚ ਬੈਠ ਕੇ ਅੰਮ੍ਰਿਤ ਦਾ ਆਨੰਦ ਲੈਂਦਾ। ਉਹ ਸੂਖਮ ਅੰਮ੍ਰਿਤ ਹੈ ਜੋ ਸੱਚ ਦੇ ਵਿੱਚ ਮਾਲਕ ਦੇ ਵਿੱਚ ਸਮਾਉਂਦਾ ਹੈ। ਉਹ ਉੱਥੇ ਜਿੱਥੇ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ, ਜਿਹਨੂੰ ਪੀਤਾ ਸੋ ਬਿਦ ਜਾਣ, ਜਿਹਨੂੰ ਕਹਿੰਦੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ। ਕੀ ਹੈ ਉੱਥੇ? ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਆਤਮ ਰਾਮ ਦਾ ਉੱਥੇ ਪ੍ਰਗਾਸ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਪ੍ਰਗਟਿਆ ਸੂਰ ਜੋਤ ਉਜਿਆਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੂਰਜ ਤੇ ਚੰਦ ਦੇ ਇੱਕ ਹੋਣ ਤੇ ਕਹਿੰਦੇ ਜੋਤ ਦਾ ਉਜਿਆਰਾ ਹੋ ਗਿਆ। ਸੇਜ ਵਿਛਾਈ ਸਰਦ ਅਪਾਰਾ, ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਅੰਤਰਗਾਤੀ ਫਿਰ ਕਹਿੰਦੇ 9 ਖੰਡਾਂ ਦਾ ਰਾਜਾ, 9 ਨਿਧੀਆਂ ਦਾ ਰਾਜਾ ਸਾਡੀ ਸੇਜ ਤੇ ਆਇਆ, ਮਨ ਦੀ ਸੇਜ ਤੇ ਆਇਆ। ਤੇ ਉਹਨੂੰ ਮਿਲ ਕੇ ਧਨ ਨੇ, ਸੁਰਤ ਰੂਪੀ ਧਨ ਨੇ, ਸੁਹਾਗਣ ਨੇ ਆਨੰਦ ਮਾਣਿਆ। ਤੇ ਜਦੋਂ ਇੱਕ ਕੋਈ ਵੀ, ਚਾਹੇ ਉਹ ਵਰਨ ਦਾ, ਜਾਤ ਦਾ, ਮਜ਼ਹਬ ਦਾ ਹੈ, ਜਦੋਂ ਉਹ ਇਸ ਤਰ੍ਹਾਂ ਸ਼ਬਦ ਦਾ ਰਸਤਾ ਫਕੜ ਕੇ ਉਹ ਕਮਾਈ ਕਰਕੇ ਅੰਦਰੋਂ ਮਿਲਾਪ ਕਰਦਾ ਹੈ, ਦੂਜਾ ਕਰਦਾ ਹੈ, ਤੀਜਾ ਕਰਦਾ ਹੈ, ਇਸ ਤਰ੍ਹਾਂ ਉਹ ਸਾਰੇ ਸਿੱਖ ਬਣਦੇ ਜਾਂਦੇ ਨੇ, ਇਸ ਤਰ੍ਹਾਂ ਉਹ ਸਾਰੇ ਗੁਰਮੁਖ ਬਣਦੇ ਜਾਂਦੇ ਨੇ, ਬ੍ਰਾਹਮਣ ਬਣਦੇ ਜਾਂਦੇ ਨੇ, ਇਸ ਤਰ੍ਹਾਂ ਉਹ ਸਾਰੇ ਮੁਸਲਮਾਨ ਬਣਦੇ ਜਾਂਦੇ ਨੇ, ਇਸ ਤਰ੍ਹਾਂ ਸਾਰੇ ਉਹ ਮਨ ਦੇ ਭੇਤ ਲੈਣ ਵਾਲੇ ਅਸਲ ਧਰਮੀ ਬਣਦੇ ਜਾਂਦੇ ਆ ਤੇ ਉਹਨਾਂ ਦੀ ਇੱਕ ਮੱਤ ਹੋ ਜਾਂਦੀ ਹੈ। ਹੁਣ ਜਿਸ ਜੀਵ ਨੇ ਅੰਦਰੋਂ ਕਮਾਈ ਨਾਲ ਅੰਦਰੋਂ ਕੁਝ ਪ੍ਰਾਪਤ ਨਹੀਂ ਕੀਤਾ, ਅੰਦਰ ਦਾ ਆਨੰਦ ਨਹੀਂ ਲਿਆ, ਉਹਨੂੰ ਪਤਾ ਹੀ ਨਹੀਂ ਬਈ ਇਹ ਦੁਨੀਆ ਦੇ ਵਿੱਚ ਜੇਕਰ ਵਾਧ ਘਾਟ ਚੱਲਦੀ ਪਈ ਹੈ, ਦੁਨੀਆ ਵਿੱਚ ਜੇਕਰ ਕਲੇਸ਼ ਹੈ, ਦੁਨੀਆ ਦੇ ਵਿੱਚ ਜੇਕਰ ਕਰਪਸ਼ਨ ਹੈ, ਦੁਨੀਆ ਵਿੱਚ ਜੇਕਰ ਕਾਮ ਹੈ, ਜਿਹੜੇ ਲੋਕ ਕਮਲੇ ਹੋਏ ਫਿਰਦੇ ਆ, ਤੇ ਇਹਦਾ ਕਾਰਨ ਕੀ ਹੈ? ਤੇ ਜੇ ਰੱਬ ਹੈ ਤੇ ਉਹ ਕਿਉਂ ਇੱਥੇ ਦੁਨੀਆ ਦੇ ਵਿੱਚ ਕਿਸ ਰੂਪ 'ਚ ਪ੍ਰਗਟ ਹੈ? ਤੇ ਰੱਬ ਹੈ ਤੇ ਸਾਡੀ ਉਹ ਕਿਸ ਤਰੀਕੇ ਮਦਦ ਕਰਦਾ ਹੈ, ਜਾਂ ਆਹ ਦੁਨੀਆ ਦੀ ਮਦਦ ਸਿੱਧੇ ਰੂਪ ਵਿੱਚ ਕਿਉਂ ਨਹੀਂ ਕਰਦਾ ਪਿਆ, ਜਾਂ ਕਿਸ ਤਰੀਕੇ ਇਹਨਾਂ ਦੀ ਮਦਦ ਕਰਦਾ ਪਿਆ? ਇਹਨਾਂ ਦਾ ਜਦੋਂ ਕਾਰਨ ਨਹੀਂ ਪਤਾ ਹੁੰਦਾ, ਉਦੋਂ ਸਿਰਫ ਮਾਤਰ ਰੰਚਕ ਜਿਹੜਾ ਗਿਆਨ ਹੈ, ਦੁਨਿਆਵੀ ਕਿਤਾਬਾਂ ਪੜ੍ਹੀਆਂ ਹੋਈਆਂ, ਦੁਨਿਆਵੀ ਗਿਆਨੀਆਂ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਨੂੰ ਪੜ੍ਹ ਕੇ ਲੜਦੇ ਨੇ ਆਪਸ ਦੇ ਵਿੱਚ, ਟੀਕਿਆਂ ਨੂੰ ਪੜ੍ਹ ਕੇ ਲੜਦੇ ਨੇ। ਕੋਈ ਇੱਥੇ ਦੁਨਿਆਵੀ ਜਿਹੜੇ ਗਿਆਨੀ ਹੋਏ ਆ, ਧਾਤ ਦੇ ਰਸਤੇ ਤੇ ਚੱਲਣ ਵਾਲੇ ਜਿਹੜੇ ਗਿਆਨੀ ਹੋਏ ਆ, ਅਖਬਾਰਾਂ ਨੂੰ ਪੜ੍ਹ ਕੇ, ਫਲਸਫਿਆਂ ਨੂੰ ਪੜ੍ਹ ਕੇ ਲੜਦੇ ਨੇ ਆਪਸ ਦੇ ਵਿੱਚ, ਤੇ ਭੇਖ ਕਰ ਲੈਂਦੇ ਨੇ ਤੇ ਆਪਦੇ ਆਪ ਨੂੰ ਧਰਮੀ ਕਹਾਉਂਦੇ ਨੇ। ਤੇ ਜਦੋਂ ਆਮ ਤੌਰ ਤੇ ਜਿਹੜਾ ਜਿਸ ਜੀਵ ਦੇ ਮਨ ਦੇ ਵਿੱਚ ਉਤਸੁਕਤਾ ਹੈ ਮਾਲਕ ਨੂੰ ਮਿਲਣ ਦੀ, ਜਦੋਂ ਉਹ ਇਸ ਤਰੀਕੇ ਭੇਖਤਾਰੀ ਧਰਮੀਆਂ ਨੂੰ ਲੜਦਾ ਵੇਖਦਾ ਹੈ, ਗੁੱਟਬੰਦੀ ਵਿੱਚ ਵੇਖਦਾ ਹੈ, ਜੋ ਆਮ ਤੌਰ ਤੇ ਨਾਮ ਨਾਲ ਟੁੱਟਣ ਕਰਕੇ ਸਾਡੇ ਪਰਿਵਾਰਾਂ ਵਿੱਚ ਜਾਂ ਸਮਾਜ ਵਿੱਚ ਕਲ ਕਲੇਸ਼ ਪਿਆ ਹੁੰਦਾ ਹੈ, ਜਦੋਂ ਉਹੀ ਚੀਜ਼ ਇਹ ਅਖੌਤੀ ਅਸੰਤਾਂ ਵਿੱਚ, ਅਖੌਤੀ ਬਾਬਿਆਂ ਵਿੱਚ ਵੇਖਣ ਨੂੰ ਮਿਲਦੀ ਹੈ, ਤੇ ਜਿਹੜਾ ਨਵਾਂ ਜੀਵ ਮਹਾਰਾਜ ਦੇ ਰਸਤੇ ਤੇ ਚੱਲਣ ਲਈ ਜਗਿਆਸੂ ਬਣਿਆ, ਉਹਦਾ ਮਨ ਵੈਸੇ ਹੀ ਟੁੱਟ ਜਾਂਦਾ ਵੀ ਇਹ ਕੀ ਕਰਦੇ ਪਏ ਨੇ, ਵੀ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਤਾਂ ਮੈਂ ਇਹਨਾਂ ਕੋਲ ਆਇਆ ਸੀ, ਤੇ ਇਹ ਤਾਂ ਮੇਰੇ ਤੋਂ ਵੀ ਵੱਧ ਫਸੇ ਹੋਏ ਨੇ ਮਾਇਆ ਵਿੱਚ, ਇੱਕ ਦੂਜੇ ਦੀ ਕਾਟ ਕਰਨੀ, ਇੱਕ ਦੂਜੇ ਤੋਂ ਰੋਕਣਾ, ਆਪ ਦੇ ਵੱਲ ਪ੍ਰੇਰਨਾ, ਪੈਸੇ ਦੇ ਨਾਲ ਜੁੜੇ ਹੋਏ ਨੇ। ਵੀ ਉੱਧਰੋਂ ਇਹ ਸੰਨਿਆਸੀ ਨੇ ਆਪਦੇ ਆਪ ਨੂੰ ਖਾਲਸੇ ਕਹਿੰਦੇ ਆ, ਆਪਦੇ ਆਪ ਨੂੰ ਬ੍ਰਾਹਮਣ ਕਹਿੰਦੇ ਆ, ਆਪਦੇ ਆਪ ਨੂੰ ਗਿਆਨੀ ਕਹਿੰਦੇ ਆ, ਉੱਧਰੋਂ ਇਹ ਫਿਰ ਉਹ ਬਿਲਡਿੰਗਾਂ ਦੇ ਨਾਲ, ਪੈਸੇ ਦੇ ਨਾਲ, ਦੁਨਿਆਵੀ ਪਸਾਰੇ ਦੇ ਨਾਲ ਜੁੜ ਕੇ ਤੇ ਜੋੜ ਕੇ ਤੇ ਸ਼ੋਸ਼ਣ ਕਰਦੇ ਪਏ ਨੇ। ਉਹ ਫਿਰ ਜਿਹੜਾ ਜੀਵ ਏ ਦੁਚਿੱਤੀ ਵਿੱਚ ਫਸ ਕੇ, ਤੇ ਉਹ ਫਿਰ ਉਸੇ ਤਰੀਕੇ ਹੀ ਇਹ ਪੰਜਾਂ ਦਾ ਜਿਹੜਾ ਵਿਚਾਰਾਂ ਦੀ ਰੋਹ ਚੱਲਦੀ ਪਈ ਏ, ਉਹਦੇ ਵਿੱਚ ਫਿਰ ਚੱਲ ਪੈਂਦਾ ਵੀ ਆਪਾਂ ਵੇਖੋ ਜੀ ਰੱਬ ਤਾਂ ਹੈ ਹੀ ਨਹੀਂ। ਤੇ ਸੱਚੀ ਗੱਲ ਆ ਵੀ ਜਿਹੜਾ ਇਹ ਦੁਨਿਆਵੀ ਅਖੌਤੀ ਅਸੰਤਾਂ ਨੇ ਮਾਲਕ ਦਾ ਰੂਪ ਪ੍ਰਗਟ ਕੀਤਾ ਹੋਇਆ, ਉਸ ਰੂਪ ਵਿੱਚ ਤਾਂ ਮਾਲਕ ਹੈ ਵੀ ਨਹੀਂ। ਰੱਬ ਜ਼ਰੂਰ ਆ,
पर वो किस रूप विच है, किस मार्ग ते आ, किस ज्ञान ते आ, ਇਹ ਜਦੋਂ ਆਪਾਂ ਫਿਰ ਗੁਰਬਾਣੀ ਗੁਰੂ ਨੂੰ ਵਿਚਾਰਦੇ ਹਾਂ ਜਾਂ ਵੇਦ ਧਰਮ ਸ਼ਾਸਤਰਾਂ ਨੂੰ ਬਰੀਕੀ ਵਿੱਚ ਪੂਰੇ ਗੁਰੂ ਦੀ ਮੱਤ ਦੇ ਮੁਤਾਬਕ ਵਿਚਾਰਦੇ ਹਾਂ, ਫਿਰ ਪਤਾ ਲੱਗਦਾ ਵੀ ਰੱਬ ਹੈ ਜ਼ਰੂਰ, ਪਰ ਉਹ ਕਿਸੇ ਹੋਰ ਰੂਪ 'ਚ ਆ, ਰੋਮ ਰੋਮ ਵਿੱਚ ਵਸਿਆ ਹੋਇਆ ਪ੍ਰਕਾਸ਼ ਰੂਪ ਆ। ਕਿਉਂ ਇਹ ਦੁਨੀਆ ਵਿੱਚ ਖਲਬਲੀ ਮੱਚੀ ਹੈ ਤੇ ਕਿਉਂ ਰੱਬ ਕਿਸ ਤਰੀਕੇ ਸਾਰ ਲੈਂਦਾ, ਕਿਵੇਂ ਉਹ ਭਗਤਾਂ ਦੀ ਰੱਖਿਆ ਕਰਦਾ ਤੇ ਕਿਵੇਂ ਰੱਬ ਦੀ ਪੂਜਾ ਕਰਨੀ ਹੈ, ਇਹ ਜਦੋਂ ਫਿਰ ਕਹਾਣੀ ਸਮਝ ਆਉਂਦੀ ਫਿਰ ਮਾਲਕ ਨਾਲ ਪਿਆਰ ਪੈਂਦਾ। ਤੇ ਜਿੰਨੀ ਦੇਰ ਤੱਕ ਪੂਰੇ ਰਸਤੇ ਦਾ ਨਹੀਂ ਸਾਨੂੰ ਪਤਾ, ਆਪਾਂ ਉਵੇਂ ਕਹਿੰਦੇ ਰਹੀਏ ਵੀ ਪਿਆਰ ਨਹੀਂ ਪੈਂਦਾ, ਜਦੋਂ ਅੱਗੋਂ ਕਿਸੇ ਅਸਲ ਨਿਸ਼ਾਨੇ ਦਾ ਹੀ ਨਹੀਂ ਪਤਾ ਤੇ ਪਿਆਰ ਕਿਵੇਂ ਪਏਗਾ। ਜੋ ਤੁਹਾਡੇ ਸਾਡੇ ਮਨ ਦੇ ਵਿੱਚ ਇਹ ਅਨਾੜੀ ਟੀਚਰਾਂ ਨੇ ਵਸਾਇਆ ਹੋਇਆ, ਉਹ ਸਿਰਫ ਉਹਨਾਂ ਨੇ ਆਪ ਦੇ ਨਾਲ ਜੋੜਨ ਲਈ, ਆਪ ਦੀ ਸੇਵਾ ਦੇ ਨਾਲ ਜੋੜਨ ਲਈ ਉਹ ਗਿਆਨ ਹੀ ਉਵੇਂ ਦਾ ਦਿੱਤਾ ਹੋਇਆ, ਡਰ ਹੀ ਉਵੇਂ ਦਾ ਪਾਇਆ ਹੋਇਆ ਕਿ ਅਸੀਂ ਉਹਨਾਂ ਤੋਂ ਟੁੱਟਦੇ ਨਹੀਂ। ਜਿਹੜਾ ਸਾਡੇ ਵਿੱਚ ਮਾਲਕ ਬੈਠੇ ਨੇ, ਜਿੱਥੇ ਸਾਡੇ ਅੰਦਰ ਹਰ ਵਕਤ ਨਾਦ ਵੱਜਦਾ ਪਿਆ, ਹਰ ਵਕਤ ਪ੍ਰਕਾਸ਼ ਚੱਲਦਾ ਪਿਆ, ਜਿੱਥੇ ਜਾ ਕੇ ਮਨ ਸਭ ਭੁੱਲ ਜਾਂਦਾ ਹੈ, ਮਨ ਇਹ ਵੀ ਭੁੱਲ ਜਾਂਦਾ ਹੈ ਕਿ ਮੈਂ ਮਨੁੱਖ ਹਾਂ, ਮਨ ਇਹ ਵੀ ਭੁੱਲ, ਇਹ ਤਾਂ ਦੂਰ ਦੀ ਗੱਲ ਹੈ ਕਿ ਮੈਂ ਹਿੰਦੂ ਮੁਸਲਿਮ ਸਿੱਖ ਈਸਾਈ ਹਾਂ, ਜਾਂ ਮੈਂ ਕਿਹੜੇ ਸ਼ਹਿਰ ਦਾ ਰਹਿਣ ਵਾਲਾ, ਜਾਂ ਮੇਰਾ ਕਿਹੜਾ ਉਸਤਾਦ ਹੈ, ਕਿਹੜਾ ਗੁਰੂ ਹੈ, ਜਾਂ ਕਿਹੜੀਆਂ ਗੱਲਾਂ ਬਾਤਾਂ, ਇਹ ਤਾਂ ਸਭ ਭੁੱਲ ਜਾਂਦਾ। ਉੱਥੇ ਸੁਰਤ ਰੂਪ ਦੇ ਵਿੱਚ ਕੋਈ ਵਿਚਾਰ ਫੁਰਨਾ ਹੈ ਹੀ ਨਹੀਂ, ਸਿਰਫ ਪ੍ਰਕਾਸ਼ ਦੇ ਸੋਮਿਆਂ ਵਿੱਚ ਜਾ ਕੇ ਆਨੰਦ ਮਾਣਦਾ ਹੈ। ਜਿਹੜੇ ਪ੍ਰਕਾਸ਼ ਦੇ ਸੋਮਿਆਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਾ ਕੇ ਆਨੰਦ ਮਾਣਿਆ, ਸ੍ਰੀ ਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਆਨੰਦ ਮਾਣਿਆ, ਰਾਮਚੰਦਰ ਜੀ ਨੇ ਜਾ ਕੇ ਆਨੰਦ ਮਾਣਿਆ ਸੁਰਤ ਰੂਪ ਵਿੱਚ, ਉਹੀ ਭੇਤ ਉਹਨਾਂ ਨੇ ਆਪ ਦੇ ਗੁਰਮੁਖਾਂ ਗੁਰਸਿੱਖਾਂ ਨੂੰ, ਆਪ ਦੇ ਚੇਲਿਆਂ ਨੂੰ, ਆਪ ਦੇ ਜਿਹੜੇ ਵੀ ਉਹਨਾਂ ਨਾਲ ਜੁੜੇ ਸਮੇਂ ਤੇ ਉਹਨਾਂ ਨੂੰ ਦਿੱਤਾ ਵੀ ਅਸੀਂ ਇੱਥੇ ਆਨੰਦ ਮਾਣਦੇ ਹਾਂ, ਤੁਸੀਂ ਇਸ ਅਵਸਥਾ ਵਿੱਚ ਜੇਕਰ ਆ ਜਾਓ ਤੇ ਤੁਸੀਂ ਵੀ ਇਹ ਆਨੰਦ ਦੇ ਸੋਮਿਆਂ ਨੂੰ ਪ੍ਰਾਪਤ ਕਰ ਲਓ ਤੇ ਤੁਸੀਂ ਵੀ ਇਸ ਸੰਸਾਰ ਦੀ ਅਗਨ ਤੋਂ ਉੱਪਰ ਉੱਠ ਸਕਦੇ ਹੋ। ਤੇ ਉਹ ਜਿਹੜੇ ਵਿਰਲੇ ਵਿਰਲੇ ਉਹਨਾਂ ਦੀ ਗੱਲ ਮੰਨ ਕੇ ਉੱਥੋਂ ਤੱਕ ਪਹੁੰਚੇ, ਉਹਨਾਂ ਨੂੰ ਉਹਨਾਂ ਨੇ ਨਵਾਜਿਆ, ਸਿੱਖ ਕਹਿ ਕੇ, ਖਾਲਸਾ ਕਹਿ ਕੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਕਬੀਰ ਸਾਹਿਬ ਕਹਿੰਦੇ ਖਾਲਸਾ ਉਹ ਹੈ ਜਿਹਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹਨੇ ਉਹਨੂੰ ਨਹੀਂ ਜਾਣ ਲਿਆ ਉਹ ਜਿੱਦੇਗਾ, ਇੱਕ ਦੂਜੇ ਨੂੰ ਚੈਲੰਜ ਕਰੇਗਾ, ਇੱਕ ਦੂਜੇ ਤੋਂ ਵੱਧ ਗਿਆਨ ਰੱਖਣ ਦੀ ਕੋਸ਼ਿਸ਼ ਕਰੇਗਾ, ਪ੍ਰਗਟਾ ਕਰੇਗਾ। ਤੇ ਜਦੋਂ ਸਾਡਾ ਮਨ ਉੱਥੇ ਚਲਾ ਜਾਂਦਾ ਹੈ, ਉੱਥੇ ਫਿਰ ਦੁਨਿਆਵੀ ਸਾਰੀਆਂ ਰੋਹ ਰੀਤਾਂ ਭੁੱਲ ਕੇ ਸਿਰਫ ਆਨੰਦ ਮਾਣਦਾ। ਤੇ ਜਦੋਂ ਫਿਰ ਸਰੀਰ ਦੇ ਵਿੱਚ ਆਉਂਦਾ, ਉਹਨੂੰ ਪਤਾ ਹੈ ਕਿ ਸਾਰੀ ਇੱਕੋ ਜੋਤ ਦਾ ਪਸਾਰਾ ਹੈ, ਸਾਰਾ ਮਾਲਕ ਦਾ ਖੇਲ ਆ, ਤੇ ਇਸ ਕਰਕੇ ਉਸ ਜੋਤ ਦੇ ਸਨਮੁਖ ਰਹਿ ਕੇ ਉਹ ਨਾਦ ਚੱਲਦਾ ਰਹਿੰਦਾ ਹੈ, ਧੁਨ ਚੱਲਦੀ ਰਹਿੰਦੀ ਹੈ। ਉਹ ਫਿਰ ਮਹਿਸੂਸ ਹੁੰਦੀ ਜਦੋਂ ਨਾਮ ਜਿਹੜਾ ਹੈ ਨਾ, ਸੱਚਾ ਸ਼ਬਦ ਹੈ ਜਿਹੜਾ, ਉਹ ਇਹ ਜਿਹੜਾ ਪਹਿਲੋਂ ਤੁਹਾਨੂੰ ਤਿੱਖਾ ਸ਼ਬਦ ਜਾਂ ਆਮ ਤੌਰ ਤੇ ਕਿਸੇ ਨੂੰ ਕੋਈ ਧੁਨ ਕਿਸੇ ਨੂੰ ਕੋਈ ਸੁਣਦੀ ਹੈ, ਇਹ ਜਿਹੜਾ ਸੱਚਾ ਸ਼ਬਦ ਇਹਨਾਂ ਤੋਂ ਉੱਪਰ ਹੈ, ਉਹ ਧਿਆਨ ਦੇ ਵਿੱਚ ਬੈਠਣ ਤੇ ਪ੍ਰਗਟ ਹੁੰਦਾ। ਉਹ ਸੱਚਾ ਸ਼ਬਦ ਅਨੁਭਵ ਹੋਈ ਜਾਂਦਾ ਹੈ ਤੇ ਇਹ ਜੋਤ ਜਿਹੜੀ ਸਹਿਜ ਸੁਭਾਅ, ਮਨ ਦੀ ਜੋਤ ਹੈ ਜਿਹੜੀ, ਇਹ ਸਹਿਜ ਸੁਭਾਅ ਮਾਲਕ ਦੇ ਜੋਤ ਦੇ ਸਨਮੁਖ ਦਰਸ਼ਨ ਕਰਦੀ ਰਹਿੰਦੀ, ਉਹਨੂੰ ਮਹਿਸੂਸ ਕਰਦੀ ਰਹਿੰਦੀ। ਤੇ ਇੱਧਰ ਦੁਨਿਆਵੀ ਫਿਰ ਜਿਹੜੀ ਅਗਨ ਹੈ ਉਸ ਮਨ ਨੂੰ ਜੋ ਨਹੀਂ ਸਕਦੀ। ਇੱਧਰ ਤਾਂ ਅਗਨ ਇਸ ਤਰ੍ਹਾਂ ਹੀ ਚੱਲਣੀ ਆ, ਦੁਨਿਆਵੀ ਬਚਨ, ਦੁਨਿਆਵੀ ਜੋ ਕਾਲ ਦਾ ਮਨਮੁਖਾਂ ਦਾ ਵਰਤਾਰਾ ਹੈ, ਇਹਨਾਂ ਤੋਂ ਮਨ ਬਚ ਜਾਂਦਾ ਹੈ, ਇਹਨਾਂ ਨਾਲ ਓਨਾ ਕੀ ਸੰਬੰਧ ਰੱਖਦਾ ਹੈ ਜਿੰਨੀ ਕੁ ਲੋੜ ਹੈ, ਬਾਕੀ ਮਦਮਸਤ ਹੋ ਜਾਂਦਾ ਹੈ। ਤੇ ਫਿਰ ਉਹਨੂੰ ਕੋਈ ਖੇਤੀ ਜਾਂ ਜਿਹੜੀ ਦੁਨਿਆਵੀ ਖੇਤੀ ਹੈ, ਜਿਹੜੀ ਇਹ ਸੁਪਨੇ ਵਿੱਚ, ਦੁਨੀਆ ਨੂੰ ਸੁਪਨਾ ਕਹਿਤਾ ਜਦੋਂ ਆਪਾਂ ਸੰਸਾਰ 'ਚ ਜਾਗਣਾ, ਜਿਹੜੀ ਸੁਪਨੇ 'ਚ ਆ ਕੇ ਇਹਨੇ ਇੱਥੇ ਖੇਤੀ ਨੌਕਰੀ ਕਰਨੀ ਆ, ਜਾਂ ਕੋਈ ਇੱਧਰ ਆ ਕੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਕਰਮ ਕਿਰਤ ਕਰਨੀ ਹੈ, ਇਹਦੇ ਵਿੱਚ ਵੀ ਨਹੀਂ ਕੋਈ ਕਮੀ ਆਉਂਦੀ, ਇਹਦੇ 'ਚ ਵੀ ਸਾਰੇ ਨਿਧਾਨ ਪੂਰੇ ਹੁੰਦੇ ਆ, ਅਖੁੱਟ ਭੰਡਾਰ ਮਿਲਦਾ ਇੱਧਰ ਵੀ। ਉਹ ਕਹਿੰਦੇ ਧਰਮ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਸੇ ਧਰਮ ਦੇ ਵਿੱਚ ਜਿਹੜੇ ਵਿਰਲੇ ਵਿਰਲੇ ਜੀਵ ਗਏ, ਜਿਹਨੂੰ ਮਹਾਰਾਜ ਕਹਿੰਦੇ ਪਏ ਸਹਿਸ ਘਟਾ ਮੈਂ ਏਕ ਆਕਾਸ਼, ਸਹਿਸ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ। ਕਹਿੰਦੇ ਜਿੰਨੀਆਂ ਵੀ ਘਟਾ ਨੇ ਇਹਨਾਂ ਵਿੱਚ ਇੱਕੋ ਜੋਤ ਦਾ ਪ੍ਰਗਾਸ ਹੈ। ਜਦੋਂ ਇਹ ਘਟ ਫੁੱਟ ਜਾਏਗੀ, ਇਸ ਘਟ ਨੂੰ ਛੱਡ ਦਿਓਗੇ ਤੇ ਹਰੇਕ ਨੂੰ ਉਹੀ ਪ੍ਰਕਾਸ਼ ਹੋਏਗਾ। ਸਹਿਸ ਘਟਾ ਮੈਂ ਏਕ ਆਕਾਸ਼, ਸਾਰੀਆਂ ਘਟਾਂ ਵਿੱਚ ਇੱਕ ਆਕਾਸ਼ ਹੈ। ਆਕਾਸ਼ ਭਾਵ ਕੇ ਉਹ ਚੌਥੀ ਸੁਣ ਨੂੰ ਕਿਹਾ, ਇੱਥੇ ਸੱਸੇ ਨੂੰ ਔਂਕੜ ਕਿਹਾ।
ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਤੇ ਜਦੋਂ ਕੋਈ ਇਸ 9 ਦਰਵਾਜ਼ਿਆਂ ਦੇ ਸਰੀਰ ਤੋਂ ਉੱਪਰ ਉੱਠ ਜਾਏਗਾ, ਇਸ ਘਟ ਨੂੰ ਜਿਹੜੀ ਕਾਲ ਦੀ ਬਣਾਈ ਹੈ, ਜਿਹੜੀ ਸਵਾਸਾਂ ਦੁਆਰਾ ਚੱਲਦੀ ਹੈ, ਇਹਦੇ ਵਿੱਚੋਂ ਸੁਰਤੀ ਦੁਆਰਾ ਉੱਪਰ ਉੱਠ ਜਾਓਗੇ ਤੇ ਕਹਿੰਦੇ ਉਹੀ ਪ੍ਰਗਾਸ, ਉਹ ਪ੍ਰਗਾਸ ਹੋ ਜਾਏਗਾ ਜਿਹੜਾ ਇੱਕ ਹੈ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਇੱਕ ਓਂਕਾਰ। ਫਿਰ ਜਿਹੜੇ ਦੁਨਿਆਵੀ ਦੇ ਵਿੱਚ ਰਹਿਣ ਕਰਕੇ ਸਾਡੇ ਉੱਪਰ ਭਰਮ ਪਏ ਹੋਏ ਨੇ, ਸਾਨੂੰ ਧਰਮ ਦੀ ਨਹੀਂ ਪਛਾਣ ਰਹੀ, ਪਿਆਰ ਮਾਇਆ ਨਾਲ ਪੈ ਗਿਆ, ਲੋਭ ਪੈ ਗਿਆ, ਇੱਧਰ ਦੇ ਜੀਵਾਂ ਨਾਲ ਮੋਹ ਪੈ ਗਿਆ, ਇੱਧਰ ਸਾਨੂੰ ਗੁਰੂ ਚੇਲਾ ਕਰਕੇ ਜਿਨ੍ਹਾਂ ਨੇ ਫਸਾਇਆ ਹੋਇਆ, ਮਾੜਾ ਮੋਟਾ ਗਿਆਨ ਦੇ ਕੇ ਆਪ ਦੇ ਵਿੱਚ ਜੋੜਿਆ ਹੋਇਆ, ਨਿਰੰਕਾਰ ਨਾਲ ਜੁੜਨ ਹੀ ਨਹੀਂ ਦੇ ਰਹੇ। ਗਿਆਨ ਨਿਰੰਕਾਰ ਦਾ ਦਿੰਦੇ ਨੇ, ਪਰ ਫਿਰ ਵੇਖੋ ਜੀ ਸੰਤ ਦੀ ਆ ਮੈਂ ਸਾਧ ਦੀ ਆ ਮੈਂ ਸਾਡੇ ਨਾਲ ਜੁੜੇ ਰਹੋ। ਇਹ ਵੀ ਡਰ ਰਹਿੰਦਾ ਵੀ ਕਿਤੇ ਨਿਰੰਕਾਰ ਦਾ ਗਿਆਨ ਲੈਂਦੇ ਲੈਂਦੇ ਵੀ ਇਹ ਨਿਰੰਕਾਰ ਦੇ ਵਿੱਚ ਇੱਕ ਹੀ ਨਾ ਹੋ ਜਾਣ, ਕਿਤੇ ਸਾਡੀ ਫਿਰ ਰੋਟੀ ਪਾਣੀ ਕੌਣ ਪੂਰਾ ਕਰੇਗਾ। ਇਹ ਬਹੁਤ ਇਹ ਗੱਲ ਹਰ ਇੱਕ ਇੱਥੇ ਦੁਨਿਆਵੀ ਤੌਰ ਤੇ ਜਿਹੜੇ ਅਨਾੜੀ ਨੇ ਨਾ, ਉਹਨਾਂ ਦੇ ਮਨ 'ਚ ਹੁੰਦੀ ਵੀ ਇਹ ਨਿਰੰਕਾਰ ਨਾਲ ਜ਼ਰੂਰ ਜੁੜੇ ਪਰ ਮੇਰੇ ਤੋਂ ਨਾ ਟੁੱਟੇ, ਨਿਰੰਕਾਰ ਨਾਲ ਜ਼ਰੂਰ ਜੁੜੇ ਪਰ ਮੇਰੇ ਤੋਂ ਨਾ ਟੁੱਟੇ। ਇਹ ਅਨਾੜੀ ਬਾਬਿਆਂ ਦੇ ਮਨ 'ਚ ਰਹਿੰਦੀ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੇਖੋ ਖਾਂ ਤੁਸੀਂ ਕੋ ਬਣਾਇਆ ਡੇਰਾ, ਉਹਨਾਂ ਨੇ 50,000 ਮੀਲ 'ਚ ਪ੍ਰਚਾਰ ਕੀਤਾ ਤੇ ਅਖੀਰ ਜਦੋਂ ਉਦਾਸੀ ਕਰਦੇ ਕਰਦੇ ਤੇ ਇਹ ਜ਼ਰੂਰ ਦੱਸਣਾ ਵੀ ਜੇ ਕੋਈ ਪ੍ਰੋਬਲਮ ਹੈ ਜਾਂ ਕੋਈ ਤੁਹਾਨੂੰ ਹੈ, ਜਿਹੜਾ ਕੋਈ ਉਸ ਏਰੀਏ ਦੇ ਵਿੱਚ ਵਧੀਆ ਅਵਸਥਾ ਦਾ ਹੁੰਦਾ ਉਹਨੂੰ ਇਹਨੂੰ ਪੁੱਛ ਲਓ, ਨਹੀਂ ਤਾਂ ਆਪਣਾ ਅਗਲਾ ਪ੍ਰੋਗਰਾਮ ਉੱਥੇ ਆ, ਅਗਲਾ ਉੱਥੇ ਆ। ਤੇ ਅਖੀਰ 'ਚ ਜਦੋਂ ਕਰਤਾਰਪੁਰ ਸਾਹਿਬ ਆ ਗਏ ਵੀ ਜਿਹਨੂੰ ਕੋਈ ਭਾਈ ਨਹੀਂ ਸਮਝ ਆਉਂਦਾ ਇੱਥੇ ਆ ਜਾਓ। ਫਿਰ ਦੂਜੇ ਪਾਤਸ਼ਾਹ ਨੇ ਖਡੂਰ ਸਾਹਿਬ ਤੋਂ ਹੈੱਡਕੁਆਟਰ ਬਣਾ ਕੇ ਗਾਂ ਸਾਰੇ ਪਾਸੇ ਕੀਤਾ। ਤੀਜੇ ਪਾਤਸ਼ਾਹ ਚਲੋ ਗੋਇੰਦਵਾਲ ਸਾਹਿਬ ਆ ਗਏ, ਇੱਕ ਜਿੱਥੇ ਆਪਦਾ ਘਰ ਸੀ ਉੱਥੋਂ ਫਿਰ ਗਾਂ ਸਾਰੇ ਪਾਸੇ ਜਾਂਦੇ ਰਹੇ। ਤੇ 10ਵੇਂ ਪਾਤਸ਼ਾਹ ਨੇ ਵੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਵੀ ਛੱਡਿਆ, ਸਾਰੇ ਛੱਡ ਕੇ ਅਖੀਰ ਹਜ਼ੂਰ ਸਾਹਿਬ ਤੋਂ ਜਾ ਕੇ ਸੱਚ 'ਚ ਚਲੇ ਗਏ। ਉਹਨਾਂ ਨੇ ਸਿੱਖ ਦਿੱਤੀ, ਸ਼ਬਦ ਦਿੱਤਾ ਤੇ ਕਿਹਾ ਭਾਈ ਤੁਸੀਂ ਆਪਾਂ ਸਾਰੇ ਮਾਲਕ ਦੇ ਪਿਆਰੇ ਆ, ਜਿਵੇਂ ਮਾਲਕ ਪਾਲਦਾ ਉਸ ਰਜਾ 'ਚ ਰਹਿ ਕੇ ਇਸ ਸਿੱਖ ਨੂੰ ਕਮਾਓ, ਇਸ ਜੁਗਤ ਨੂੰ ਕਮਾਓ, ਸੱਚ ਨਾਮ ਦੇ ਨਾਲ ਜੁੜ ਕੇ ਜਿਹੜਾ ਦੁਨਿਆਵੀ ਕਰਮੇ ਉਹਨੂੰ ਕਰਦੇ ਹੋਏ ਤੇ ਉਹਨਾਂ ਬੁਲੰਦੀਆਂ ਨੂੰ ਛੂਹੋ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਸੰਗਤ ਵਿੱਚ ਆ ਜਾਓ, ਪੁੱਛਣਾ ਹੈ ਆ ਜਾਇਆ ਕਰੋ। ਅੱਜ ਕੱਲ੍ਹ ਦੇ ਜੋ ਅਨਾੜੀ ਅਗਿਆਨਤਾ ਵਿੱਚ ਜਿਹੜੇ ਧੱਕਣ ਵਾਲੇ ਆ, ਉਹ ਆਪ ਦੇ ਨਾਲ ਜੋੜਦੇ ਆ। ਉਹ ਫਿਰ ਸੰਸਾਰ ਤਾਂ ਪਹਿਲੋਂ ਗਿਆਨਤਾ 'ਚ ਉਹ ਨਿਰੰਕਾਰ ਦੀ ਜੈ ਜੈਕਾਰ ਕਰਦਾ, ਉਹਨਾਂ ਦੀ ਜੈ ਜੈਕਾਰ ਬਰੋਬਰ ਤੇ ਕਰੀ ਜਾਂਦਾ ਵੀ ਜੇ ਗਿਆਨ ਨਿਰੰਕਾਰ ਦਾ ਹੈ ਤੇ ਫਿਰ ਨਾਲ ਅਗਿਆਨਤਾ ਬਸ ਉਹਨਾਂ ਦੀ ਵੀ ਜੈ ਜੈਕਾਰ ਕਰੀ ਜਾਂਦੀ ਵੀ ਗਿਆਨ ਤਾਂ ਹੈ ਜੀ ਪਰ ਨਹੀਂ ਸਾਡੇ ਤਾਂ ਮੁੱਖ ਆ ਨੇ ਜੀ, ਸਾਡਾ ਤਾਂ ਸੰਤ ਆ ਹੈ ਜੀ, ਸਾਡਾ ਸਾਧੂ ਆ ਹੈ ਜੀ, ਸਾਡੇ ਬਾਬਾ ਜੀ ਨੇ, ਸਾਡੇ ਸਤਿਗੁਰ ਨੇ, ਸਾਡੇ ਮਹਾਂਪੁਰਸ਼। ਇਸੇ ਕਰਕੇ 10ਵੇਂ ਪਾਤਸ਼ਾਹ ਨੇ ਅੱਗਾ ਵੇਖਿਆ, ਕਿਉਂਕਿ ਉਦੋਂ ਤਾਂ ਉਹ ਆਪ ਸੀ, ਸਰੀਰ ਨਾਲ ਕਿਸੇ ਨੂੰ ਜੁੜਨ ਨਹੀਂ ਸੀ ਦਿੰਦੇ, ਤਾਂ ਹੀ ਗਿਆਨ ਰੂਪ ਵਿੱਚ, ਗੁਰਬਾਣੀ ਰੂਪ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕਰ ਦਿੱਤਾ ਵੀ ਜੇ ਕੋਈ ਜਗਿਆਸੂ, ਕੋਈ ਸੂਰਾ ਹੋਏਗਾ, ਖੋਜ ਲਏਗਾ ਤੇ ਸਿੱਧਾ ਹੀ ਨਿਰੰਕਾਰ ਨਾਲ ਜੁੜੇਗਾ, ਕਿਸੇ ਦੇਹ ਨਾਲ ਨਾ ਜੁੜੇਗਾ। ਕਿਉਂਕਿ ਵੇਖਿਆ ਸੀ ਅਨਾੜੀ ਇੰਨੇ ਪੈਦਾ ਹੋਣਗੇ ਵੀ ਆਪ ਦੇ ਕਰਮ ਵਿੱਚ ਆਪ ਦੀ ਜੈ ਜੈਕਾਰ ਕਰਾਉਣਗੇ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਦਿੱਤੀ ਹੈ। ਇਹ ਪੂਰਨ ਸਤਿਗੁਰ ਨੇ। ਜੇ ਕੋਈ ਇਹਨਾਂ ਨੂੰ ਵਿਚਾਰੇਗਾ, 36 ਗੁਰਮੁਖ ਸੰਤ ਸਾਹਿਬਾਨ ਦੀ ਇਹਨਾਂ ਵਿੱਚ ਵਿਚਾਰਧਾਰਾ ਏ, ਉਹ ਵੀ ਕਿਸੇ ਇੱਕ ਸਾਲ ਜਾਂ ਕਿਤੇ ਇੱਕੋ ਮਹੱਲੇ ਵਿੱਚੋਂ ਜਾਂ ਇੱਕੋ ਪਿੰਡ ਜਾਂ ਸ਼ਹਿਰ ਦੇ ਨਹੀਂ। 12ਵੀਂ ਸਦੀ ਦੇ ਫਰੀਦ ਜੀ, 13ਵੀਂ ਸਦੀ ਦੇ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, 14ਵੀਂ ਸਦੀ ਦੇ ਬਾਬਾ ਨਾਨਕ ਜੀ, ਫਿਰ ਗਾਂ ਗੁਰੂ ਸਾਹਿਬਾਨ 15ਵੀਂ 16ਵੀਂ 17ਵੀਂ ਸਦੀ ਵਿੱਚ ਚੱਲੇ, ਫਿਰ ਭੱਟ ਸਾਹਿਬਾਨ, ਗੁਰਸਿੱਖ ਸਾਹਿਬਾਨ, 400 ਸਾਲ ਦੇ ਸ਼੍ਰੋਮਣੀ ਭਗਤ ਗੁਰਮੁਖ ਗੁਰੂ ਸੰਤ ਸਾਹਿਬਾਨ। ਉਹ ਵੀ ਉਹਨਾਂ ਦੇ ਬੜੇ ਦੁਰਲਭ ਮੁੱਖ, ਥੋੜੇ ਤੋਂ ਥੋੜੇ, ਬਾਣੀ ਤਾਂ ਬਹੁਤ ਜ਼ਿਆਦਾ ਸੀ, ਬਚਨ ਇੱਕ ਜਗ੍ਹਾ ਤੇ ਇਕੱਤਰ ਕਰਕੇ ਵੀ ਲੋ ਖੋਜ ਲਿਆ ਜੇ ਬੜਾ ਵੱਡਾ ਖਜ਼ਾਨਾ ਦੇ ਤੇ ਕਹਿ ਗਏ ਵੀ ਜੇ ਬ੍ਰਾਹਮਣ ਬਣਨਾ ਤੇ ਆਹ ਬਣਿਆ, ਜੇ ਪੰਡਿਤ ਬਣਨਾ ਤੇ ਆਹ ਬਣਿਆ, ਜੇ ਮੁਸਲਮਾਨ ਬਣਨਾ ਤੇ ਆਹ ਬਣਿਆ, ਜੇ ਜੋਗੀ ਬਣਨਾ ਤੇ ਆਹ ਬਣਿਆ। ਜੇ ਹਰੇਕ ਨੂੰ ਹੀ ਤੇ ਘੱਟੋ ਘੱਟ 25-26 ਭਾਸ਼ਾ ਦੇ ਵਿੱਚ ਸਾਰੀ ਬਾਣੀ ਦੇ ਵਿੱਚ ਬ੍ਰਾਹਮਣ ਦਾ ਵੀ ਖਜ਼ਾਨਾ ਦੇ ਗਏ, ਮਨ ਦਾ ਤਨ ਦਾ ਭੇਤ ਦੇ ਗਏ, ਲਓ ਵਿਚਾਰ ਲਓ। ਇਸ ਕਰਕੇ ਗੁਰੂ ਪਿਆਰਿਓ, ਜੋ ਤੁਹਾਡੇ ਅੰਦਰ ਪ੍ਰਗਾਸ ਹੈ ਉਹਦੇ ਨਾਲ ਜੁੜੋ, ਉੱਥੋਂ ਹੀ ਇਹ ਸਾਰਾ ਖੇਲ ਪ੍ਰਗਟ ਹੁੰਦਾ ਹੈ। ਉਹਦਾ ਤਰੀਕਾ ਸਾਨੂੰ ਦੱਸਿਆ ਹੈ ਕਿ ਤੁਸੀਂ ਮਨ ਨੂੰ, ਜਿਹਨੂੰ ਕਹਿੰਦੇ ਘੱਟ ਫੁੱਟੇ ਤਾਂ ਏਕ ਪ੍ਰਗਾਸ, ਘੱਟ ਫੁੱਟੇ ਤੇ ਉਹੀ ਪ੍ਰਗਾਸ।
ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕ ਓੰਕਾਰ। ਫਿਰ ਕੀ ਕਹਿੰਦੇ ਉਹ ਕਿਵੇਂ ਦਾ ਪ੍ਰਕਾਸ਼? ਉਹ ਅਬਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹਉਮੈ ਮਲ ਧੋਈ, ਨਾ ਕਹੋ ਨਾਨਕ ਮੇਰੀ ਪਰਮਗਤ ਹੋਈ। ਪੂਰਾ ਗੁਰੂ ਜਿਹੜਾ ਸਾਡਾ ਅੰਦਰ ਹੈ, ਜਿਹਦੇ ਨਾਲ ਜੁੜਨ ਤੇ ਅਸੀਂ ਸਾਧ ਬਣਦੇ ਹਾਂ, ਜੁੜਨ ਤੇ ਸਾਡਾ ਮਨ ਸੰਤ ਬਣਦਾ ਹੈ, ਉਹ ਪੂਰੇ ਗੁਰੂ ਦੀ ਸੇਵਾ ਕਰੋ ਜਿਹੜਾ ਸਾਨੂੰ ਦੁਨਿਆਵੀ ਵਡਿਆਈਆਂ ਦਵਾਉਂਦਾ। ਦੁਨੀਆ 'ਚ ਕੋਈ ਪੂਰਾ ਗੁਰੂ ਨਹੀਂ ਹੁੰਦਾ। ਜੋ ਅੰਦਰੋਂ ਫਿਰ ਨਾਮ ਸੱਚ ਨਾਲ ਜੁੜ ਕੇ ਭੇਤ ਦਿੰਦਾ ਹੈ, ਜਿਹਦੇ ਉੱਤੇ ਅੰਦਰਲਾ ਰੰਗ ਚੜਿਆ ਹੁੰਦਾ, ਉਹਨੂੰ ਫਿਰ ਦੁਨਿਆਵੀ ਤੌਰ ਤੇ ਆਪਾਂ ਪੂਰਾ ਗੁਰੂ ਕਹਿੰਦੇ ਹਾਂ। ਪਰ ਪੂਰਾ ਗੁਰੂ ਤਾਂ ਅੰਦਰੋਂ ਹੀ ਆ ਨਾ, ਜਿਹਦੇ ਨਾਲ ਜੁੜਨ ਤੇ ਸਾਨੂੰ ਉਪਾਧੀ ਮਿਲ ਜਾਂਦੀ। ਤੇ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਸੁਰਤੀ ਨੂੰ ਵਿਚਾਰਾਂ ਤੋਂ, ਇਹਨਾਂ ਗਿਆਨ ਇੰਦਰੀਆਂ ਤੋਂ, ਇਹ ਸਰੀਰ ਤੋਂ ਮੋੜ ਕੇ ਉੱਪਰ ਲੈ ਜਾਓ ਖਾਲੀ ਖਲਾਸ ਸੁੰਨ ਵਿੱਚ। ਜਿਵੇਂ ਅੱਖਾਂ ਬੰਦ ਹੁੰਦੀਆਂ ਨਾ, ਥੱਲੋਂ ਸਾਰਾ ਧਿਆਨ ਸਿਮਰਨ ਕਰਕੇ ਪਹਿਲਾਂ ਗੁਰਮੰਤਰ ਦੀ ਧੁਨ ਵਿੱਚ ਧਿਆਨ ਕਰੋ। ਧੁਨ ਨੂੰ ਹੌਲੀ 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 ਸਹਿਜ ਵਿੱਚ ਲੈਂਦੇ ਜਾਓ। ਮਨ ਜਿਹੜਾ ਹੈ ਸਿਰਫ ਪੌਣ ਰੂਪ ਹੋ ਜਾਂਦਾ, ਇਕੱਲਾ ਸਵਾਸ ਰਹਿ ਜਾਂਦਾ, ਵਿਚਾਰ ਖਤਮ ਹੋ ਜਾਂਦੇ ਆ। ਫਿਰ ਹੌਲੀ ਹੌਲੀ ਧਿਆਨ ਨੂੰ, ਪਹਿਲੀ ਗੱਲ ਤਾਂ ਸਹਿਜ ਸੁਭਾਏ, ਜਦੋਂ ਧਿਆਨ ਵਿਚਾਰਾਂ ਤੋਂ ਰਹਿਤ ਹੋਏਗਾ, ਆਪਣੇ ਆਪ ਹੀ ਆਪਦੇ ਘਰ ਆ ਉੱਪਰ ਨਿਜ ਪਦ ਤੋਂ ਉੱਪਰ ਆ ਜਾਏਗਾ। ਜਦੋਂ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਤੇ ਉਹ ਆਪਦੇ ਘਰ ਆਪਣੇ ਆਪ ਆ ਜਾਂਦਾ ਹੈ, ਮਸਤਕ ਪਦਮ ਤੇ ਆ ਜਾਂਦਾ ਹੈ। ਜੇ ਆਪਾਂ ਵਿਚਾਰਾਂ 'ਚ ਹੋਈਏ ਤੇ ਸਿੱਧਾ ਕਹੀਏ ਇੱਥੇ ਕੋ ਧਿਆਨ ਆ, ਇੱਥੇ ਕੋ ਤੀਜੀ ਅੱਖਾਂ ਧਿਆਨ ਲਾਵਾਂਗੇ, ਉਹ ਮਨ ਫਸ ਜਾਏਗਾ, ਸਿਰ ਭਾਰਾ ਹੋ ਗਿਆ, ਹੋਰ ਕੋਈ ਦਿੱਕਤ ਆ ਗਈ। ਜਦੋਂ ਪਹਿਲੋਂ ਗੁਰਮੰਤਰ ਦਾ ਅਭਿਆਸ ਕੀਤਾ, ਵਿਚਾਰਾਂ ਤੋਂ ਮਨ ਨੂੰ ਰਹਿਤ ਕੀਤਾ, ਸ਼ਬਦ ਦੀ ਆਵਾਜ਼ ਨੂੰ ਸਹਿਜ 'ਚ ਲੈ ਗਏ, ਪੌਣ ਰੂਪ ਹੋਇਆ, ਆਪਦੇ ਘਰ ਆ ਕੇ ਜਦੋਂ ਇੱਥੇ ਸੁੰਨ 'ਚ ਆ ਕੇ ਆ ਉੱਪਰ ਤੁਸੀਂ ਅੰਤਰਗਤ ਦੇਖੋਗੇ, ਉੱਪਰ ਸਾਰਾ ਖੁੱਲ੍ਹਾ ਆ। ਇਸ ਖਾਲੀ ਖਲਾ ਵਿੱਚ ਬੈਠੇਗਾ, ਧੁਨ ਨੂੰ ਸੁਣੇਗਾ, ਪ੍ਰਕਾਸ਼ ਹੋਣਾ ਹੀ ਹੋਣਾ। ਇੱਥੇ ਸਹਿਜ ਸੁਭਾਅ ਸਾਡੇ ਦੋਨੋਂ ਨੇਤਰ ਇੱਕ ਹੋ ਜਾਂਦੇ ਆ। ਜਦੋਂ ਆ ਤ੍ਰੈਕੁਟੀ ਨੂੰ ਪਾਰ ਕਰਕੇ ਮਨ ਉੱਪਰ ਚੱਲਦਾ ਹੈ, ਇੱਥੇ ਦੋਨੋਂ ਨੇਤਰਾਂ ਤੋਂ ਇੱਕ ਹੋ ਜਾਂਦੇ ਆ, ਕਿਉਂਕਿ ਚੰਦ ਸੂਰਜ ਤਾਂ ਥੱਲੇ ਰਹਿ ਗਏ। ਚੰਦ ਸੂਰਜ ਸਾਡੀ ਦੋਨੋਂ ਅੱਖਾਂ ਥੱਲੇ ਰਹਿ ਗਈਆਂ। ਜਦੋਂ ਸੁਰਤੀ ਉੱਪਰ ਗਈ, ਇੱਕ ਚਿੱਤ ਹੋ ਗਈ, ਇੱਕ ਨੇਤਰ ਹੋ ਗਿਆ। ਸ਼ਬਦ ਦੁਆਰਾ ਜਦੋਂ ਜਾਏਗੀ ਤੇ ਅੰਤਰਗਤ ਫਿਰ ਤੁਸੀਂ ਦੇਖੋਗੇ ਤੇ ਫਿਰ ਘਟ ਫੁੱਟੇ ਤਾਂ ਉਹੀ ਪ੍ਰਕਾਸ਼। ਆ ਥਲੜੀ ਘਟ ਥੱਲੇ ਰਹਿ ਗਈ, ਉੱਪਰ ਸੁਰਤ ਰੂਪ ਜਿੱਥੇ ਕੋਈ ਵੀ ਨਹੀਂ, ਜਿੱਥੇ ਅਵਰ ਨਾ ਕੋਈ, ਹਰ ਅੰਮ੍ਰਿਤ ਸੋਈ। ਪ੍ਰਕਾਸ਼ ਹੀ ਪ੍ਰਕਾਸ਼ ਹੈ, ਧੁਨਾ ਵਾਜ ਰਹੀ ਹੈ, ਅੰਮ੍ਰਿਤ ਦੇ ਝਰਨਾ ਚੱਲ ਰਿਹਾ। ਕੋਈ ਆਕਾਰ ਨਹੀਂ, ਕੋਈ ਰੰਗ ਨਹੀਂ, ਕੋਈ ਨੀਲਾ ਲਾਲ ਪੀਲਾ ਨਹੀਂ, ਕੋਈ ਚਿੱਟਾ ਨਹੀਂ, ਕੋਈ ਨੀਲਾ, ਕੋਈ ਉੱਥੇ ਚੋਲਾ ਧਾਰੀ ਨਹੀਂ, ਕੋਈ ਬੋਧੀ ਧਾਰੀ ਨਹੀਂ, ਕੋਈ ਉੱਥੇ ਹਿੰਦੂ ਮੁਸਲਮਾਨ ਨਹੀਂ, ਸਿਰਫ ਜੋਤ ਹੀ ਜੋਤ ਹੈ, ਬੇਗਮ ਪੁਰਾ, ਕੋਈ ਗਮ ਨਹੀਂ, ਆਨੰਦ ਹੀ ਆਨੰਦ। ਸਰੀਰ ਵਿੱਚ ਹੁੰਦਿਆਂ ਹੋਇਆਂ ਸਰੀਰ ਕੋਈ ਮਹਿਸੂਸ ਨਹੀਂ ਹੋ ਰਿਹਾ, ਰਿਲੈਕਸ ਹੋ ਗਿਆ, ਬਿਲਕੁਲ ਹਵਾ ਵਰਗਾ ਜਿਵੇਂ ਹੋ ਜਾਂਦਾ ਨਾ, ਆਨੰਦ ਰੂਪ। ਇਹਦਾ ਤਾਂ ਯਾਦ ਹੀ ਨਹੀਂ ਨਾ, ਜਿਵੇਂ ਆਪਾਂ ਸਾਰੀ ਰਾਤ 9-9 ਘੰਟੇ ਸੌਂ ਜਾਂਦੇ ਹਾਂ, ਕੋਈ ਸਰੀਰ ਦਾ ਪਤਾ ਹੁੰਦਾ ਵੀ ਸਰੀਰ 'ਚ ਵੀ ਹੈਗੇ ਹਾਂ ਅਸੀਂ, ਸਿਰਫ ਆਨੰਦ ਰੂਪ। ਇਸ ਤਰ੍ਹਾਂ ਆਨੰਦ ਰੂਪ ਉਹ ਸੱਚ ਵਿੱਚ ਮਨ ਚਲਾ ਗਿਆ। ਤੇ ਫਿਰ ਜਦੋਂ ਅੰਦਰੋਂ ਪਛਾਣ ਹੋਈ ਤੇ ਬਾਹਰ ਆ ਕੇ ਫਿਰ ਇੱਕ ਜੋਤ ਜਦੋਂ ਫਿਰ ਦੁਬਾਰਾ ਆ ਕੇ ਅਨਾਸਕਾ ਤੋਂ ਫਿਰ ਇੱਧਰ ਆ ਕੇ ਅੱਖਾਂ 'ਚ ਪ੍ਰਵੇਸ਼ ਕਰਦੀ, ਇੱਥੇ ਫਿਰ ਸਾਡਾ ਮਨ ਦੋ ਜੋਤਾਂ ਵਿੱਚ ਖਿਲਰ ਗਿਆ। ਪਰ ਸਾਡੇ ਕੋਲ ਗੋਰੇ ਜੁਗਤ ਤਰੀਕਾ ਹੈ। ਅਸੀਂ ਫਿਰ ਸ਼ਬਦ ਦੇ ਵਿੱਚ ਧਿਆਨ ਧਰ ਕੇ ਤੇ ਆਹ ਸਾਹਮਣੇ ਨਿਜ ਪਦ ਹੈ, ਖੋਲਦਿਆਂ ਵੀ ਨਿਜ ਪਦ ਹੈ, ਇੱਕ ਅੰਤਰਗਤ ਵੀ ਨਿਜ ਪਦ ਦਾ ਪੁਆਇੰਟ ਹੈ ਤੇ ਖੋਲਦਿਆਂ ਵੀ ਨਿਜ ਪਦ ਹੈ। ਇਹਦੇ ਤੇ ਧਿਆਨ ਲਾਇਆ, ਜੋਤ ਇੱਕ ਹੋ ਗਈ, ਦਰ ਖੁੱਲ੍ਹ ਗਏ। ਜਿਵੇਂ ਅੱਜ ਕੱਲ੍ਹ ਉਹ ਦਰਵਾਜ਼ੇ ਹੁੰਦੇ ਆ ਨਾ ਮੌਲ ਦੇ ਵਿੱਚ ਜਾਂ ਹੌਸਪੀਟਲ ਜਾਂ ਕਿਤੇ ਵੱਡੇ ਸਥਾਨ 'ਤੇ ਜਾਈਏ, ਉਹਦੇ ਕੋਲ ਜਾ ਕੇ ਖੜੋ, ਦਰਵਾਜ਼ਾ ਆਪੇ ਖੁੱਲ੍ਹ ਜਾਂਦਾ ਸੈਂਸਰ ਵਾਲਾ। ਇਸ ਤਰ੍ਹਾਂ ਜਦੋਂ ਧਿਆਨ ਦਾ ਖੇਲ ਚੱਲ ਪਿਆ, ਜਦੋਂ ਤੁਸੀਂ ਆ ਨਿਜ ਪਦ ਤੇ ਧਿਆਨ ਲਾਓਗੇ, ਦਰ ਆਪੇ ਖੁੱਲ੍ਹ ਜਾਏਗਾ। ਜਿੰਨੀ ਦੇਰ ਤੱਕ ਨਿਜ ਪਦ ਤੇ ਨਾਮ ਤੇ ਧਿਆਨ ਨਹੀਂ ਲੱਗਾ, ਸਾਨੂੰ ਸ਼ਬਦ ਦਾ ਅਭਿਆਸ ਕਰਕੇ, ਜੁਗਤ ਲਾ ਕੇ, ਤਰੀਕੇ ਲਾ ਕੇ ਦਰ ਖੋਲ੍ਹਣਾ ਪੈਂਦਾ। ਧਿਆਨ ਦਾ ਖੇਲ ਚੱਲ ਪਿਆ, ਆਪੇ ਖੁੱਲ੍ਹ ਜਾਏਗਾ। ਜਦੋਂ ਦਰ ਖੁੱਲ੍ਹ ਗਿਆ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਪ੍ਰਕਾਸ਼ ਤਾਂ ਨਹੀਂ ਦਿਖਦਾ, ਅਜੇ ਦਰ ਨਹੀਂ ਖੁੱਲ੍ਹਿਆ। 9 ਦਰਵਾਜ਼ਿਆਂ ਵਿੱਚੋਂ 10ਵਾਂ ਨਹੀਂ ਖੁੱਲ੍ਹਿਆ ਜਿਹੜਾ ਅੰਤਰਗਤ ਖੁੱਲ੍ਹਦਾ। ਤੇ ਜਦੋਂ ਨਿਜ ਪਦ ਤੇ ਧਿਆਨ ਲੱਗ ਗਿਆ, ਇੱਕ ਦ੍ਰਿਸ਼ਟ ਹੋ ਗਿਆ, ਨਾਦ ਵੀ ਚੱਲੇਗਾ ਤੇ ਦਰ ਵੀ ਖੁੱਲ੍ਹ ਕੇ ਪ੍ਰਕਾਸ਼ ਵੀ ਹੋਵੇਗਾ। ਤੇ ਕਿੱਥੋਂ ਖੁੱਲ੍ਹੇਗਾ? ਸੁਰਤੀ ਦਾ ਦਰ ਖੁੱਲ੍ਹੇਗਾ। ਸੋ ਇਹ ਪ੍ਰੈਕਟੀਕਲ ਕਰਨਾ। ਇੰਨੇ ਬਚਨ ਕਰਦੇ ਕੋ ਅੱਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣਯੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਫਿਰ ਥੋੜ੍ਹਾ ਜਿਹਾ ਪ੍ਰੈਕਟੀਕਲ ਕਰੀਏ, ਕਰੋ ਸਾਰੇ ਸਿਮਰਨ ਕਰ ਲਈਏ ਆਪਾਂ ਸ਼ੁਰੂ। ਹਾਂਜੀ ਕਰੋ। ਗੁਰੂ ਗੁਰੂ